ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਾਓ ਅੰਗਦ ਦੋਖਨ ਕੰਦਨਾ ਅਮਰਦਾਸ ਗੁਰ ਹਿਰਦੈ ਆਵੋ ਹਿਰਦੈ ਆਵੋ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰਿ ਗੋਬਿੰਦ ਸੋਭ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਾਮ ਕਰ ਜੋਰੀ ਨਾਮ ਕਰ ਜੋਰੀ ਗੌਰ ਹਰਿ ਕ੍ਰਿਸ਼ਨ ਮਨਾਏ ਬਿਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਕਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਜਿਸ ਮਨ ਅੰਮ੍ਰਿਤ ਗਿਆਨ ਹੈ ਨਾਨਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਗਦ ਬੰਦ ਕਰ ਅਨੁਰਾਗ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਹਾ ਬੋਧ ਪ੍ਰਭ ਤੁਸ਼ ਹਮਾਰੀ ਬਰਨ ਸਕੇ ਮਹਿਮਾ ਜੋ ਤੁਮਾਰੀ हम न सकत कर सिफत तुम्हारी पाप देहो तुम कथा सुधारी हम न सकत कर सिफत तुम्हारी आप लेहो तुम कथा सुधारी पतत पावन भगत वशल कृपा निधान रहमतां दे सागर मेरी पीढ़ी दे मालक ਸਾਹਿਬ श्री गुरु हरगोबिंद ਸਾਹਿਬ ਜੀਆਂ ਦੇ पावन और पवित्र अस्थान के उपर धन धन ਸਾਹਿਬ श्री गुरु ग्रंथ ਸਾਹਿਬ ਜੀਆਂ ਦੇ चरण परस रही गुरु रूप गुरु खालसा साध संत जी सतगुਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ ਜੋ ਪਿਛਲੇ ਸਮੇਂ ਤੋਂ ਰਲ ਮਿਲ ਕਰਕੇ ਸਤਿਗੁਰਾਂ ਦੀ ਕਿਰਪਾ ਸਦਕਾ ਗੁਰ ਇਤਿਹਾਸ ਦੀਆਂ ਵਿਚਾਰਾਂ ਕਰ ਰਹੇ ਹਾਂ। ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ। ਪਾਈਏ ਆਗਿਆ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਕੁਝ ਸਮਾਂ ਮਹਾਰਾਜ ਨੇ
ਸਾਲਸਰਾਏ ਜੌਹਰੀ ਦੇ ਨਗਰ ਪਟਨਾ ਸਾਹਿਬ ਅੰਦਰ ਬਤੀਤ ਕੀਤਾ ਹੈ। ਉਹਨਾਂ ਸਮਿਆਂ ਦੇ ਵਿੱਚ ਵਿਸਵੰਭਰ ਕਿਹਾ ਜਾਂਦਾ ਸੀ। ਲੋਕਾਂ ਦੀ ਖੋਟੀ ਮਤ ਨੂੰ ਨਾਸ਼ ਕੀਤਾ ਹੈ, ਗੁਰਮਤਿ ਨੂੰ ਪ੍ਰਕਾਸ਼ ਕੀਤਾ ਹੈ। ਮੁਕਤੀ ਦਾ ਜੋ ਰਸਤਾ ਹੈ, ਪਰਮੇਸ਼ਰ ਦੀ ਭਗਤੀ, ਸਤਿਨਾਮ ਵਾਹਿਗੁਰੂ ਦਾ ਜਾਪ ਲੋਕਾਂ ਨੂੰ ਦਰੜਾਇਆ ਹੈ। ਸਤਿਗੁਰੂ ਜੀ ਇੱਕ ਦਿਨ ਇਸੇ ਪ੍ਰਕਾਰ ਵਿਰਾਜੇ ਹੋਏ ਸਨ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਮਹਾਰਾਜ ਬੜਾ ਲੰਬਾ ਸਮਾਂ ਹੋ ਗਿਆ ਹੈ ਇਸ ਨਗਰ ਵਿੱਚ ਆਇਆ ਨੂੰ, ਸਾਰਾ ਹੀ ਇਲਾਕਾ ਘੁੰਮ ਫਿਰ ਕੇ ਆਪਾਂ ਵੇਖ ਲਿਆ ਹੈ। ਹੁਣ ਆਪ ਜੀਆਂ ਦਾ ਅੱਗੇ ਜਾਣ ਦਾ ਮਨ ਹੈ ਜਾਂ ਫਿਰ ਆਪ ਜੀਆਂ ਨੇ ਇੱਥੇ ਹੀ ਰਹਿਣਾ ਹੈ? ਉਦਾਸੀ ਲੋਕਾਂ ਵਾਂਗ ਇੱਕੋ ਥਾਂ ਤੇ ਟਿਕਾਣਾ ਕਰਨ ਦਾ ਆਪ ਜੀਆਂ ਦਾ ਮਨ ਤਾਂ ਨਹੀਂ। ਕਿਉਂ ਨਾ ਇੱਦਾਂ ਹੋਵੇ, ਆਪਾਂ ਅੱਗੇ ਹੋਰ ਨਗਰਾਂ ਵਿੱਚ ਚੱਲੀਏ, ਚੱਲ ਕਰਕੇ ਹੋਰ ਸੁੰਦਰ ਨਗਰਾਂ ਦੀ ਸੈਰ ਕਰੀਏ। ਭਾਈ ਮਰਦਾਨੇ ਦੀ ਮਨੋ ਇੱਛਾ ਵੇਖਦੇ ਹੋਏ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਸਾਲਸਰਾਏ ਜੌਹਰੀ ਦਾ ਜੋ ਨਗਰ ਹੈ, ਉਸ ਨਗਰ ਤੋਂ ਮਹਾਰਾਜ ਜੀਆਂ ਨੇ ਵਿਦਾ ਲਈ ਹੈ, ਜਾਣ ਦੀ ਆਗਿਆ ਲਈ ਹੈ, ਬਹੁਤਾ ਸੁਖ ਬਖਸ਼ਿਆ ਹੈ। ਭਾਈ ਮਰਦਾਨਾ ਭਾਈ ਬਾਲਾ ਜੀ ਸਤਿਗੁਰਾਂ ਦੇ ਪਿੱਛੇ ਆ ਰਹੇ ਨੇ, ਅੱਗੇ ਅੱਗੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਚੱਲ ਰਹੇ ਨੇ। ਚਲਦਿਆਂ ਨੂੰ ਸਮੁੰਦਰ ਦੇ ਤੱਟ, ਸਮੁੰਦਰ ਦੇ ਕਿਨਾਰੇ ਉੱਪਰ ਪਹੁੰਚੇ ਨੇ। ਜੋ 35 ਕੋਹਾਂ ਤੱਕ ਵਿਸ਼ਾਲ ਸਮੁੰਦਰ ਹੈ, ਦੂਰ ਦੂਰ ਤੱਕ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ। ਮਹਾਰਾਜ ਜਾ ਕਰਕੇ ਕਿਨਾਰੇ ਤੇ ਖੜੇ ਨੇ ਤੇ ਸਤਿਗੁਰਾਂ ਦੀ ਸੇਵਾ ਦੇ ਵਿੱਚ ਇੱਕ ਮੱਛ ਹਾਜ਼ਰ ਹੋਇਆ ਹੈ। ਮਹਾਰਾਜ ਭਾਈ ਮਰਦਾਨੇ ਭਾਈ ਬਾਲੇ ਨੂੰ ਲੈ ਕਰਕੇ ਉਸ ਮੱਛ ਉੱਪਰ ਸਵਾਰ ਹੋਏ ਨੇ। ਪਾਣੀ ਦੇ ਉੱਪਰ ਤੈਰਦੇ ਜਾਂਦੇ ਨੇ। ਸਤਿਗੁਰਾਂ ਨੇ ਪਿੱਛੇ ਮੂੰਹ ਕਰਕੇ ਵੇਖਿਆ ਹੈ ਤੇ ਪੁੱਛਿਆ ਹੈ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਆਪ ਜੀਆਂ ਨੂੰ ਪਤਾ ਹੈ ਕਿਹੜੀ ਚੀਜ਼ ਇਹ ਸੇਵਾ ਨਿਭਾ ਰਹੀ ਹੈ ਜੋ ਸਮੁੰਦਰ ਪਾਰ ਕਰਵਾ ਰਹੀ ਹੈ? ਸੂਝਵਾਨ ਭਾਈ ਬਾਲਾ ਜੀ ਬੋਲੇ, ਮਹਾਰਾਜ ਸਾਡੀ ਐਡੀ ਬੁੱਧੀ ਕਿੱਥੇ ਕਿ ਆਪ ਜੀਆਂ ਦੀਆਂ ਕਰਾਮਾਤਾਂ ਅਸੀਂ ਜਾਣ ਜਾਈਏ। ਮਹਾਰਾਜ ਜੋ ਆਪ ਜੀ ਜਨਾਉਂਦੇ ਹੋ ਉਹੀ ਅਸੀਂ ਜਾਣਦੇ ਹਾਂ, ਜੋ ਆਪ ਜੀ ਦਿਖਾਉਂਦੇ ਹੋ ਉਹੀ ਅਸੀਂ ਦੇਖਦੇ ਹਾਂ। ਇੱਦਾਂ ਵਿਚਾਰਾ ਕਰਦੇ ਕਰਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਾ ਕਰਕੇ ਮੱਛ ਦੇ ਸਿਰ ਤੇ ਬਿਰਾਜੇ ਨੇ ਤੇ ਮੱਛ ਨੇ ਆਪਣਾ ਮੂੰਹ ਪਾਣੀ ਤੋਂ ਬਾਹਰ ਕੱਢਿਆ ਹੈ। ਜਦੋਂ ਐਡਾ ਭਿਆਨਕ ਸਰੂਪ, ਵੱਡੇ ਦੰਦ, ਖੁੱਲਾ ਮੂੰਹ ਵੇਖਿਆ ਹੈ, ਭਾਈ ਮਰਦਾਨਾ ਜੀ ਡਰਦੇ ਸਹਿਤ ਹੋ ਕਰਕੇ ਬੜਾ ਭੈਭੀਤ ਹੋਏ ਨੇ, ਹੈਰਾਨ ਹੋਏ ਨੇ। ਇੱਦਾਂ ਹੀ ਸਮੁੰਦਰ ਵਿੱਚ ਜਾਂਦਿਆਂ ਰਾਤਰੀ ਆਈ ਹੈ ਤੇ ਜਾਂਦਿਆਂ ਉਸ ਮੱਛ ਦੇ ਸਿਰ ਦੇ ਨਾਲ ਜਦੋਂ ਸਤਿਗੁਰਾਂ ਦੇ ਚਰਨ ਸਪਰਸ਼ ਹੋਏ ਨੇ, ਉਹਦਾ ਕਲਿਆਣ ਹੋਇਆ ਹੈ, ਉਹਨੇ ਆਪਣੀ ਦੇਹ ਪਲਟੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਪੁੱਛਣਾ ਕੀਤਾ ਹੈ ਕਿ ਪਹਿਲਾਂ ਤੂੰ ਮੱਛ ਦੀ ਜੂਨ ਵਿੱਚ ਸੀ, ਹੁਣ ਦੇਵਤਿਆਂ ਵਾਂਗ ਸੁੰਦਰ ਪੈਸ਼ਾਕਾਂ ਨੇ, ਹਾਰ ਸ਼ਿੰਗਾਰ ਹੈ, ਇਹ ਕੀ ਵਰਤਾਰਾ ਹੈ? ਮੱਛ ਦੀ ਜੂਨ ਆਪ ਜੀਆਂ ਨੂੰ ਕਿਵੇਂ ਮਿਲੀ? ਕਹਿਣ ਲੱਗਾ, ਮਹਾਰਾਜ ਮੈਂ ਜਨਕ ਰਾਜੇ ਦਾ ਸੇਵਕ ਸੀ। ਪੁਰਾਤਨ ਸਮਿਆਂ ਦੇ ਵਿੱਚ ਲੋਕ ਜ਼ਿਆਦਾਤਰ ਸ਼ਰਾਪ ਦੇ ਦਿੰਦੇ ਸਨ। ਮਹਾਰਾਜ ਮੈਂ ਜਨਕ ਰਾਜੇ ਦਾ ਸੇਵਕ ਸੀ। ਇੱਕ ਦਿਨ ਉਸ ਨੇ ਮੈਨੂੰ ਬੜੇ ਪ੍ਰੇਮ ਦੇ ਨਾਲ ਕੋਈ ਕੰਮ, ਕੋਈ ਕਾਰਜ ਕਰਨ ਵਾਸਤੇ ਕਿਹਾ। ਮੈਂ ਸੁਣ ਕਰਕੇ ਕੰਮ ਨੂੰ ਬੜਾ ਦੁਖੀ ਹੋਇਆ। ਹੁਕਮ ਤਾਂ ਮੰਨਣਾ ਸੀ, ਕੰਮ ਤਾਂ ਕਰਨਾ ਸੀ। ਮੈਂ ਖੁਸ਼ੀ ਦੀ ਥਾਂ ਤੇ ਦੁਖੀ ਹੋ ਕਰਕੇ ਉਹ ਕੰਮ ਕਰਨ ਲੱਗਾ। ਜਨਕ ਰਾਜੇ ਨੇ ਜਦੋਂ ਮੈਨੂੰ ਕੰਮ ਕਰਦਿਆਂ, ਕਾਰਜ ਕਰਦਿਆਂ ਵੇਖਿਆ ਤੇ ਸੁਭਾਇਕੀ ਸੁਤੇ ਸਿੱਧ ਆਪਣੇ ਮੁਖ ਤੋਂ ਕਹਿ ਦਿੱਤਾ ਕਿ ਵੇਖ ਕਿਵੇਂ ਕੰਮ ਕਰਦਾ ਕਰਦਾ ਮੱਛੀ ਵਾਂਗ ਤੜਫ ਰਿਹਾ ਹੈ। ਐਸੇ ਬਚਨ ਹੋਏ ਮੈਨੂੰ ਸ਼ਰਾਪ ਮਿਲਿਆ, ਮੱਛ ਦੀ ਜੂਨ ਪ੍ਰਾਪਤ ਹੋਈ।
पर सतगुरु जी बड़े भाग ने, आप जियां दी सेवा मैनू प्राप्त होई। आप जियां दे चरणां दी शोह मिली ते मेरा सारा ही श्राप कटिया गया। इसे प्रकार दे रोग पा करके देवतियां वाले दे पर पा करके ओ मछ है जो जनक राजे दा सेवक है। श्राप तो रहत हो करके लोक तो परलोक स्वर्गा में गया है। साहिब श्री गुरु नानक देव जी अगे चल रहे ने, फिर भाई वाला मरदाना नाल पिछे पिछे आ रहे ने। भाई मरदाना जी हाथ जोड़ के कहन लगे, महाराज आप जी आप खुदाए हो, आप जियां दियां करामातां महिमा आप ही जानते हो। महाराज कहन लगे, भाई मरदाना जी चुपड़ू धारण करो, पिछे शांत होकर के आओ। कहन लगा, महाराज मैनू भला दी किहड़ी चीज का डर है भला, मैं तो हमेशा ही आप जियां दे चरणां दे नाल जुड़िया रहिंदा हाँ। महाराज कहन लगे, भाई मरदाना जी मूहरे एक बड़ी वड्डी बला आ रही है। भाई मरदाना जी कहन लगे, महाराज जेकर अगे बला आ रही है तो फिर अगे जा क्यों रहे हैं, पिछे क्यों नहीं दौड़ जाते। सतगुरां ने अपने मुख नूं पिछे घुमा करके वेख्या है, भाई मरदाने दा डरदे साथ पीला रंग होया है, मुँह सुक रहा है। साहिब श्री गुरु नानक देव जी मरदाने की हालत वेख करके हसे। कहने लगे, भाई मरदाना जी जेकर पिछे दौड़ेगा तो पिछे तैनूं उन्हें दौड़न नहीं देना। पल दे विच तेरे कोल पहुँच जाएगी, तैनूं धौणों फड़ लवेगी। असली परमेश्वर ने सानू ये रास्ता बख्शिया है, असीं ओहदी रजा दे विच अगे ही जावांगे। पिछे पिछे भाई मरदाना भाई बाला जी अगे सतगुरु जी ने जदों उस बला ने धन साहिब श्री गुरु नानक देव जियां दे दर्शन कीते ने ते गुरु नानक देव जियां ने उस बला नूं वेख्या है। ओहदे काले वाल ने, लाल अखां ने, गल दे विच हड्डियां दी माला पाई हुई है ते हथ दे विच जो खून दा भरिया एक कौला एक बाटा फड़िया है। सतगुरां वल नूं आउणा उसने तेज कीता है। महाराज जियां ने समुद्र विच तैरदा एक डंडा वेख्या है हथ विच लै करके। जदों ऐन नज़दीक आ गई है, बड़ा भयानक मूँह जिहड़ा अड्डिया होया है। साहिब श्री गुरु नानक देव जियां ने चलावा वो डंडा पूर्ण शक्ति के नाल मारिया है। बहुत रोकण की उन्हें कोशिश की पर नहीं। जो डंडा है जदों हड़क तक पहुंचा है, पीड़ा के सहत हुई है, देह कंब उठी है ते रोण लगी है। इन्ने क समय नूं उस भयानक बला जो औरत है उहदे घरां वाला नारद मुनि प्रकाश होया है। नारद मुनि प्रगट होकर के जिहदी मत बड़ी भगती दे विच भिजी हुई है, परमेश्वर का प्यारा है, आकर के सतगुरां नूं नमस्कार कीती है, बेनती कीती है, महाराज ये मेरे घरों है, मेरी स्त्री है, इहदा नाम कलह है, कृपा करके इनू बख्श देवो, इसनूं इन्हां पीड़ा तो रहत कर देवो। महाराज जियां ने पीड़ा तो रहत किया है ते नारद मुनि अते उहदे घर वाली जो दैन दे रूप दे विच है, दोनों ही सतगुरां दे दर्शन करन लगे ने। कवि जी कहते अखां रूपी दुनिया दे नाल धन साहिब श्री गुरु नानक देव जियां दे दर्शना रूपी अमृत पी पी के रजदे ने। सतगुरां दा पवित्र मुख तक रहे ने। इथों तक कल दी कथा विचार आई सी। आओ जो आने वाला गुर इतिहास है उसनूं श्रद्धा भावना दे नाल मन चित बिरतियां एकाग्र करके श्रवण करिए जी। सतनाम श्री वाहिगुरु साहिब जीओ। चौपई पियत न तृप्त लोचन डोने। इस प्रकार पति पत्नी दोनों ही जाने सतगुरां दे दर्शन कर करके रजदे नहीं। वर्णन लगा सुजात बच लोने। नारद मुनि ने दोनों हाथ जोड़े ने सतगुरां दियां वडियाइयां करन लगा है। आद द्वादश वाक बखाने। महाराज आप जी
ਆਦਿ ਤੋਂ ਸ਼ੁਰੂ ਤੋਂ ਹੀ ਜਦੋਂ ਦਾ ਇਹ ਸੰਸਾਰ ਵਸਿਆ ਹੈ ਉਦੋਂ ਵੀ ਆਪ ਜੀਆਂ ਨੇ 12 ਬਚਨ ਉਲਾਏ ਸਨ। ਬ੍ਰਹਮਾ ਪ੍ਰਤੀ ਸਰੂਪ ਪਛਾਨੇ ਤੇ ਬ੍ਰਹਮਾ ਨੂੰ ਵੀ ਜਿਸ ਨੇ ਇਹ ਸ੍ਰਿਸ਼ਟੀ ਸਾਜੀ ਹੈ ਉਸ ਨੂੰ ਵੀ ਆਪ ਜੀਆਂ ਨੇ ਹੀ ਮਤ ਬਖਸ਼ੀ ਸੀ। ਦਿਨ ਦੇ ਵੈਦ ਪਨ ਵੇਦ ਉਚਾਰੇ ਤੇ ਬ੍ਰਹਮਾ ਨੇ ਵੀ ਆਪ ਜੀਆਂ ਤੋਂ ਮਤ ਲੈ ਕਰਕੇ 4 ਵੇਦ ਉਚਾਰਨ ਕੀਤੇ ਸਨ। ਸਤਿਯੁਗ ਧਰਮ ਕੀਨ ਪ੍ਰਤ ਪਾਰੇ ਮਹਾਰਾਜ ਸਤਿਯੁਗ ਦੇ ਵਿੱਚ ਵੀ ਆਪ ਜੀਆਂ ਨੇ ਧਰਮ ਦੀ ਪਾਲਣਾ ਕੀਤੀ ਸੀ। ਨਾਮ ਹੀ ਸੰਗ ਜੋਗ ਉਪਦੇਸਾ ਮਹਾਰਾਜ ਆਪ ਜੀਆਂ ਨੇ ਸਤਿਯੁਗ ਦੇ ਅੰਦਰ ਨਾਮ ਦੇ ਨਾਲ ਜੋਗ ਕਰਨ ਵਾਸਤੇ ਉਪਦੇਸ਼ ਦਿੱਤਾ ਸੀ। ਸਿਮਰਹਿ ਜੇਨ ਜੇ ਕਟੇ ਕਲੇਸਾ ਤੇ ਜੋ ਲੋਕ ਜੋਗ ਕਰਨਗੇ ਪਰਮੇਸ਼ਰ ਦਾ ਨਾਮ ਸਿਮਰਨਗੇ ਉਹਨਾਂ ਦੇ ਜੋ ਜਨਮ ਮਰਨ ਦੇ ਕਲੇਸ਼ ਹਨ ਉਹ ਨਾਸ਼ ਹੋ ਜਾਣਗੇ। ਬਹੁਰ ਨਾਨਕ ਕੀ ਅਲਪ ਮਨੀਖਾ ਮਹਾਰਾਜ ਫਿਰ ਆਪ ਜੀਆਂ ਨੇ ਮਨੁੱਖਾਂ ਦੀ ਤੁਛ ਬੁੱਧੀ ਛੋਟੀ ਬੁੱਧੀ ਨੂੰ ਵੇਖਦਿਆਂ ਤਨਹਿ ਦੇਖ ਦੀਨੀ ਅਸ ਸਿਖਾ ਮਹਾਰਾਜ ਛੋਟੀ ਤੁਛ ਬੁੱਧੀ ਨੂੰ ਵੇਖਦਿਆਂ ਆਪ ਜੀਆਂ ਨੇ ਅਗਲੇ ਯੁੱਗ ਅੰਦਰ ਵੀ ਸਿੱਖਿਆ ਦਿੱਤੀ ਹੈ। ਮਨ ਭੂਪਤ ਕੇ ਹਵੈ ਕਰ ਦਵਾਰਾ ਜਿਹੜਾ ਮਨ ਰੂਪੀ ਰਾਜਾ ਹੈ ਇਸ ਨੂੰ ਉਪਦੇਸ਼ ਦਿੱਤਾ ਹੈ ਬਲੀ ਕੀਤਾ ਹੈ। ਸਭ ਸਿਮਰਤ ਕੋ ਕੀਨ ਉਚਾਰਾ ਮਹਾਰਾਜ ਆਪ ਜੀਆਂ ਦੀ ਐਸੀ ਕਿਰਪਾ ਹੋਈ ਇਸ ਸੰਸਾਰ ਦੇ ਉੱਪਰ ਪਹਿਲਾਂ 4 ਵੇਦ ਲਿਖੇ ਗਏ ਫਿਰ 27 ਸਿਮਰਤੀਆਂ ਲਿਖੀਆਂ ਗਈਆਂ ਇਹ ਵੀ ਆਪ ਜੀਆਂ ਦੀ ਕਿਰਪਾ ਹੀ ਹੈ। ਸਿਮਰਨ ਨਾਮ ਯज्ञ ਕੋ ਕਰਨਾ ਮਹਾਰਾਜ ਫਿਰ ਅਗਲੇ ਯੁੱਗ ਦੇ ਵਿੱਚ ਆਪ ਜੀਆਂ ਨੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਨਾਲ ਜਗ ਕਰਨ ਵਾਸਤੇ ਦੱਸਿਆ ਸੀ। ਤ੍ਰੇਤੇ ਯੁਗ ਮਹਿ ਨੀਕੇ ਧਰਮਾ ਮਹਾਰਾਜ ਇਹ ਤ੍ਰੇਤੇ ਯੁੱਗ ਦੇ ਅੰਦਰ ਆਪ ਜੀਆਂ ਨੇ ਸੁੰਦਰ ਮਰਿਆਦਾ ਚਲਾਈ ਸੀ। ਤਾਹੀ ਕਰ ਬਹੁ ਕੀਕਤ ਕੀਨੀ ਮਹਾਰਾਜ ਆਪ ਜੀਆਂ ਨੇ ਹੀ ਕਿਰਪਾ ਕੀਤੀ ਬਹੁਤਿਆਂ ਮਨੁੱਖਾਂ ਨੂੰ ਮੁਕਤੀ ਬਖਸ਼ੀ ਹੈ। ਧਰਮ ਰੀਤ ਪ੍ਰਤਪਾਰ ਪਰਬੀਨੀ ਮਹਾਰਾਜ ਆਪ ਜੀਆਂ ਨੇ ਜੋ ਧਰਮ ਦੀ ਰੀਤ ਮਰਿਆਦਾ ਉਹਦੀ ਪਾਲਣਾ ਕੀਤੀ ਹੈ। ਪੰਡਤਾਂ ਤੇ ਮਤ ਮੰਤ ਪਮਾਨਾ ਮਹਾਰਾਜ ਫਿਰ ਜਦੋਂ ਅਗਲੇ ਸਮੇਂ ਦੇ ਵਿੱਚ ਆਪ ਜੀਆਂ ਨੇ ਭੈੜੀ ਬੁੱਧੀ ਵਾਲੇ ਲੋਕ ਵੇਖੇ ਤਨਹਿ ਦੇਖ ਕੀਏ ਪੁਰਾਨਾ ਮਹਾਰਾਜ ਫਿਰ ਉਸ ਸਮੇਂ ਵੇਖ ਕਰਕੇ ਆਪ ਜੀਆਂ ਨੇ ਪ੍ਰਾਣਾਂ ਦਾ ਰਚਨ ਕਰਵਾਇਆ ਹੈ। ਵਿਆਸ ਰੂਪ ਹਵੇ ਸਮਾਕ ਬਖਾਨੇ ਮਹਾਰਾਜ ਵਿਆਸ ਰੂਪ ਹੋ ਕਰਕੇ ਆਪ ਜੀਆਂ ਨੇ ਪ੍ਰਾਣ ਲਿਖੇ ਸਨ। ਨਾਮ ਭਜਨ ਪੂਜਾ ਸੋਦਰਡਾਨੇ ਮਹਾਰਾਜ ਇਸ ਯੁੱਗ ਦੇ ਅੰਦਰ ਆਪ ਜੀਆਂ ਨੇ ਭਜਨ ਦੇ ਨਾਲ ਨਾਲ ਪੂਜਾ ਦੱਸੀ। ਪਹਿਲੇ ਯੁੱਗਾਂ ਦੇ ਅੰਦਰ ਆਪ ਜੀਆਂ ਨੇ ਪਰਮੇਸ਼ਰ ਦੇ ਨਾਮ ਦੇ ਨਾਲ ਯੋਗ ਕਰਨੇ ਦੱਸੇ ਨੇ। ਸਵਾਸ ਉੱਪਰ ਚੜਾ ਲੈਣੇ ਸਵਾਸ ਛੱਡ ਦੇਣੇ। ਅਗਲੇ ਤ੍ਰੇਤੇ ਯੁੱਗ ਦੇ ਅੰਦਰ ਆਪ ਜੀਆਂ ਨੇ ਪਰਮੇਸ਼ਰ ਦੇ ਸਿਮਰਨ ਦੇ ਨਾਲ ਨਾਲ ਆਪ ਜੀਆਂ ਨੇ ਉਸੇ ਸਮੇਂ ਪਹਿਲਿਆਂ ਸਮਿਆਂ ਵਿੱਚ ਯੋਗ ਦੱਸਿਆ ਹੈ। ਦੂਜਿਆਂ ਸਮਿਆਂ ਦੇ ਵਿੱਚ ਆਪ ਜੀਆਂ ਨੇ ਉਪਦੇਸ਼ ਦੇ ਕਰਕੇ ਜਗ ਕਰਨੇ ਦੱਸੇ ਤੇ ਅਗਲਾ ਜੋ ਯੁੱਗ ਆਇਆ ਹੈ ਇਸ ਯੁੱਗ ਦੇ ਅੰਦਰ ਪਰਮੇਸ਼ਰ ਦੇ ਨਾਮ ਦੇ ਨਾਲ ਨਾਲ ਪੂਜਾ ਦੱਸੀ ਹੈ। ਇਹ ਦਵਾਪਰ ਮਹਿ ਕੀਨ ਉਧਾਰਾ ਮਹਾਰਾਜ ਆਪ ਜੀਆਂ ਨੇ ਨਾਮ ਦੇ ਨਾਲ ਪੂਜਾ ਦਵਾਪਰ ਯੁੱਗ ਵਿੱਚ ਉਪਦੇਸ਼ ਦਿੱਤਾ ਸੀ। ਜਗਤ ਧਰਮ ਨੀਕੇ ਪ੍ਰਤਪਾਰਾ ਮਹਾਰਾਜ ਦਵਾਪਰ ਦੇ ਵਿੱਚ ਵੀ ਆਪ ਜੀਆਂ ਨੇ ਧਰਮ ਪਾਲਿਆ ਹੈ। ਅਬ ਕਲ ਕਾਲ ਮਨਿਖਾ ਹੀ ਨੇ ਮਹਾਰਾਜ ਕਲਯੁਗ ਦਾ ਸਮਾਂ ਆਇਆ ਹੈ। ਕੋਈ ਸਮਾਂ ਸੀ ਮਨੁੱਖਾਂ ਦੀ ਜਿਹੜੀ ਬੁੱਧੀ ਉਹ ਥੋੜੀ ਸੀ। ਕੋਈ ਸਮਾਂ ਸੀ ਮਨੁੱਖਾਂ ਦੀ ਜੋ ਬੁੱਧੀ ਮੈਲੀ ਸੀ। ਕੋਈ ਸਮਾਂ ਸੀ ਜਿਹੜੀ ਮਨੁੱਖਾਂ ਦੀ ਬੁੱਧੀ ਭੈੜੀ ਹੋ ਗਈ। ਪਰ ਕਲਯੁਗ ਦੇ ਸਮੇਂ ਦੇ ਵਿੱਚ ਤਾਂ ਮਨੁੱਖਾਂ ਕੋਲ ਬੁੱਧੀ ਹੈ ਹੀ ਨਹੀਂ। ਕਲਯੁਗ ਦੇ ਸਮੇਂ ਵਿੱਚ ਮਨੁੱਖਾਂ ਕੋਲ ਪਰਮੇਸ਼ਰ ਨੇ ਇੱਦਾਂ ਜਾਣ ਲਵੋ ਬੁੱਧੀ ਬਖਸ਼ੀ ਨਹੀਂ ਜਾਂ ਕਲਯੁਗ ਦੇ ਭਿਆਨਕ ਸਮੇਂ ਵਿੱਚ ਲੋਕ ਬੁੱਧੀ ਤੋਂ ਕੰਮ ਲੈਂਦੇ ਹੀ ਨਹੀਂ। ਲੰਪਟ ਵਿਸੇ ਗੁਮਾਨ ਮਲੀਨੇ ਮਹਾਰਾਜ ਉਹਨਾਂ ਨੇ ਆਪਣਾ ਜੀਵਨ ਸਾਰਾ ਮਲੀਨ ਮੈਲ ਦੇ ਸਹਿਤ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੋ ਕਰਕੇ ਕੀਤਾ ਹੈ। ਤਿਨ ਕੇ ਹਿਤ ਕਰਕੇ ਸੁਖ ਪਾਨੀ ਮਹਾਰਾਜ ਫਿਰ ਕਲਯੁਗ ਦੇ ਸਮੇਂ ਵਿੱਚ ਆਪ ਜੀਆਂ ਨੇ ਜਗ ਨਹੀਂ ਦੱਸੇ
पूजा नहीं दसी। इसे प्रकार आप जियां ने कोई होर उन्हां नूं जोग साधना नहीं दसे। परमेश्वर की कृपा धन साहिब श्री गुरु ग्रंथ साहिब जियां दा रचन करवाया है। एक नाम उपदेशे प्राणी। जेकर गुरु ग्रंथ साहिब जियां दे विचों एक भी उपदेश मनुख अपना लवे, सिमरहि सदा मिले सतसंगा। ते सत संगत दे विच मिल करके संगत कर करके परमेश्वर दा नाम जपे, सेवा सिमरन करे, वडियाइयां करे। करबो बहुत मनजन भ्रम भंगा। महाराज सत संगत करन दे नाल ही मनुखां दे बहुते भुलेखे दूर हो जाते ने। जग सागर ते लिखो उबारी। महाराज संसार समुद्र तो आप जी कट लेंदे हो। मन ही नाचे रजाए तुम्हारी। महाराज कट दे उन्हां नूं जेड़े मनुख आप जियां दी रजा विच चलदे, जो आप जियां दी आग्या विच चलदे ने ना, उन्हां नूं ही आप जी संसार समुद्र तो पार करदे हो। जब जब देखो धर्म गलीना। महाराज जदों जदों आप जियां ने धर्म है गुलतान हुंदा इस प्रकार खत्म हुंदा वेखिया है। तब तब धर अवतार महाना। महाराज उदों उदों ही आप जी परमेश्वर रूपों आप जियां ने समय समय ते अवतार धारण कीते ने। आप करहो ताकि प्रतिपारा। महाराज आप ही हो एक जो परमेश्वर रूप हो ते धर्मां दी पालना करदे हो। सब मर्याद रखो सुख सारा। महाराज हर एक युग दे अंदर बड़िया सुखां दे सहित आप जियां ने मर्यादा अटल रखी है। हमें प्रसन्न नारद मुनि। इस प्रकार नारद मुनि ने ऐसे वचन सतगुरां दी वडियाई बात कहे ने महाराज जी ने सुने हन। हम बोले मृदुल गिरा सुख साई। महाराज जी सुन करके बड़े प्रसन्न हुए ते कहने लगे, सब मुनीन ईश्वर रिख देवा। कहने लगे कि नारद मुनि तेरे ते भी परमेश्वर की बहुती कृपा है, तू सारियां ही भक्तां विचों श्रोमणी है। धन धन तुम उत्तम भेवा। भाई तू धन है, तेरा जीवन धन है। जो बैराठ रूप करतारा। जो परमेश्वर का अकाल पुरख वाहिगुरु का स्वरूप बैराट स्वरूप है ना, जिस स्वरूप विच परमेश्वर के लखां ही बाहां ने, लखां ही अखां ने, लखां ही जीभां ने, ऐसे स्वरूप विचों तेह को मन हवै देह तुम्हारा। उस देह दा आप जियां ने पूजन कीता है, तां आप जियां नूं इह श्रेष्ठ देह जो सारियां मुनियां विचों श्रेष्ठ हो प्राप्त हुई है। भगत सिरोमन प्रेम परबीना। आप जी सारियां ही भगतां दे सरदार हो, श्रोमणी हो, प्रेम विच भिजे हो। तुम समान को अपर न कीना। मैं भी आप जियां वर्गा अज तक होर कोई नहीं वेखिया। श्री करतार सुजस समनीरा। जेड़ा परमेश्वर दा जस है ना, जिहड़ी परमेश्वर दी वडियाई है, वो तां समुद्र दे जल वर्गी है। तेरे को मीन कीन मन धीरा। ते आप जियां दा मन परमेश्वर दी वडियाई अंदर इदां रहिंदा है जिवें समुद्र विच मच्छी रहिंदी है। अस प्रकार मिल आप समाही। इस प्रकार नारद मुनि धन साहिब श्री गुरु नानक देव जियां ने आपस विच वचन विलास कीते ने। दोहूं दिसन थोरो हित नाही। दोवां ही दिशा तो एक दूजे नाल प्यारा जेड़ा प्यार है बहुता वधिया है, बहुता प्रेम सहित होए ने। उन नारद मोहन कलहे को लियायो। इन्ने क समय नूं नारद मुनि गया है, अपनी पत्नी नूं छेती लैके आया है। पाए गुरु पग बचन अलायो। गुरु दे चरणां विच पैण वास्ते क्या है, चुकण वास्ते क्या है, ते बचन कीते ने। भाई भूल इसकी बख्शी जय। महाराज ये तो भुल हुई है, कृपा करके ਇਹਦੀ भुल बख्श देवो। ये आप जियां ते हमला करना चाहती सी। आप यहाँ पर निज करुणा की जय। महाराज आप जी कृपा करके ਇਹਦੇ ਤੇ कृपा कर देवो। हम बहुत दिवस की सुधा सताई। महाराज दरअसल जदों ਇਹਨੇ आप जियां ਨੂੰ ਤਿੰਨਾਂ ਜਾਣਿਆਂ ਨੂੰ ਵੇਖਿਆ ਹੈ ਨਾ, ਇਹ ਬਹੁਤੇ ਸਮੇਂ ਤੋਂ ਭੁੱਖੀ ਆ, ਬਹੁਤਿਆਂ ਦਿਨਾਂ ਤੋਂ ਭੁੱਖੀ ਆ। ਕਿਸੇ ਵੀ ਮਨੁੱਖ ਦਾ ਇਹਨੇ ਸ਼ਿਕਾਰ ਨਹੀਂ ਕੀਤਾ, ਖਾਣ ਵਾਸਤੇ ਮਾਸ ਪ੍ਰਾਪਤ ਨਹੀਂ ਹੋਇਆ।
ਆਪਣੀ ਪੇਟ ਦੀ ਤ੍ਰਿਪਤੀ ਵਾਸਤੇ, ਪੇਟ ਨੂੰ ਭਰਨ ਵਾਸਤੇ ਆਪ ਜੀਆਂ ਵੱਲ ਹਮਲਾ ਕਰਨ ਵਾਸਤੇ ਆਈ ਸੀ। ਮਹਿਮਾ ਤੁਮਰੀ ਲੱਖ ਨ ਸਕਾਈ। ਮਹਾਰਾਜ ਇਹਨੇ ਜਾਣਿਆ ਨਹੀਂ ਆਪ ਦਾ ਪਰਮੇਸ਼ਰ ਸਰੂਪ ਹਾਂ। ਦੇਹ ਕੀ ਸੁਣੀ ਦੀਨਤਾ ਜਬ ਹੀ। ਜਦੋਂ ਐਸੇ ਅਧੀਨਤਾ ਵਾਲੇ ਬਚਨ ਨਾਰਦ ਮੁਨੀ ਦੇ ਗੁਰੂ ਨਾਨਕ ਦੇਵ ਜੀਆਂ ਨੇ ਸੁਣੇ ਨੇ, ਹਮੇ ਕਿਰਪਾਲ ਬਚ ਉਚਰੇ ਤਬ ਹੀ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਬਚਨ ਉਚਾਰਨ ਕੀਤੇ। ਇਹ ਸਰੂਪ ਤੇ ਸ਼ਕਲ ਧਰੋ। ਮਹਾਰਾਜ ਕਹਿਣ ਲੱਗੇ ਨਾਰਦ ਮੁਨੀ, ਜਦੋਂ ਅਸੀਂ ਮੀਰੀ ਪੀਰ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ 6ਵਾਂ ਸਰੂਪ ਧਾਰਨ ਕਰਾਂਗੇ, ਤਬ ਜਾਪੋ ਮਨ ਤ੍ਰਿਪਤ ਸੋ ਕਰੋ। ਉਦੋਂ ਅਸੀਂ 4 ਯੁੱਧ ਲੜਾਂਗੇ, 4 ਜੰਗ ਕਰਾਂਗੇ, ਲੱਖਾਂ ਹੀ ਲੋਥਾਂ ਵਿਛਾ ਦੇਵਾਂਗੇ। ਉਦੋਂ ਇਹ ਰੱਜ ਰੱਜ ਕੇ ਮਾਸ ਛਕ ਸਕਦੀ ਹੈ। ਉਦੋਂ ਇਹ ਰੱਜ ਰੱਜ ਕੇ ਆਪਣੀ ਜਿਹੜੀ ਭੁੱਖ ਹੈ ਉਸ ਨੂੰ ਮਿਟਾ ਸਕਦੀ ਹੈ। ਉਦੋਂ ਇਹ ਤ੍ਰਿਪਤ ਹੋਵੇਗੀ। ਬਹਰੋ ਦਸਮ ਧਰੋ ਅਵਤਾਰ। 6ਵੇਂ ਸਰੂਪ ਤੋਂ ਬਾਅਦ ਫਿਰ ਅਸੀਂ 10ਵਾਂ ਅਵਤਾਰ ਧਾਰਨ ਕਰਾਂਗੇ। ਬਹਰੋ ਪੰਥ ਕਰੋ ਕਰਾਰਾ। ਤੇ ਫਿਰ ਇੱਕ ਨਿਰਾਲਾ ਪੰਥ ਅਸੀਂ ਖਾਲਸਾ ਪੰਥ ਪੈਦਾ ਕਰਾਂਗੇ। ਬਹੁਤ ਹੋਏਗੇ ਜਪ ਸੰਗਰਾਮਾ। ਫਿਰ ਧਰਮ ਦੇ ਵਾਸਤੇ, ਜ਼ੁਲਮਾਂ ਦੇ ਵਾਸਤੇ ਅਸੀਂ ਬੜੇ ਵੱਡੇ 14 ਜੰਗ ਲੜਾਂਗੇ। ਤਬ ਜਾਪੋ ਹਮੇ ਪੂਰਨ ਕਾਮਾ। ਫਿਰ ਇਸ ਪ੍ਰਕਾਰ ਅਸੀਂ ਜਿਹੜੇ ਕਾਰਜ ਵਾਸਤੇ ਸੰਸਾਰ ਤੇ ਆਏ ਆ ਨਾ, ਉਹ ਪੂਰਨ ਹੋਵੇਗਾ। ਬਿਨਾ ਕਰੇ ਪਰ ਦੇ ਕਰ ਦੋ। ਇਸ ਪ੍ਰਕਾਰ ਸਤਿਗੁਰਾਂ ਨੇ ਦੱਸਿਆ ਹੈ 6ਵੇਂ ਤੇ 10ਵੇਂ ਸਰੂਪ ਵਿੱਚ ਜੰਗਾਂ ਕਰਾਂਗੇ, ਮੁਗਲਾਂ ਨੂੰ ਵਿਛਾਵਾਂਗੇ। ਉਦੋਂ ਰੱਜ ਰੱਜ ਕੇ ਇਹ ਮਾਸ ਖਾਣ ਵਾਸਤੇ ਆਵਾਂਗੇ। 10ਵੇਂ ਸਰੂਪ ਵਿੱਚ ਸਤਿਗੁਰਾਂ ਨੇ ਚੰਡੀ ਦੀ ਵਾਰਤਾ ਉਚਾਰਨ ਕੀਤਾ ਹੈ। ਉਹਦੇ ਵਿੱਚ ਸਾਰੀ ਵਾਰਤਾ ਦੱਸੀ ਹੈ। ਭੂਤਾਂ, ਇੱਲਾਂ, ਕਾਗੀ, ਗੋਸਤ ਭਖਿਆ ਤੇ ਸਤਿਗੁਰਾਂ ਨੇ ਇਸ ਪ੍ਰਕਾਰ ਮੁਗਲ ਵਿਛਾ ਦਿੱਤੇ। ਭੂਤਾਂ ਵੀ ਆਈਆਂ ਨੇ, ਇੱਲਾਂ ਵੀ ਆਈਆਂ ਨੇ, ਕਾਂ ਵੀ ਆਏ ਨੇ ਮਾਸ ਖਾਣ ਵਾਸਤੇ। ਸਤਿਗੁਰੂ ਜੀ ਕਹਿੰਦੇ ਨਾਰਦ ਮੁਨੀ, ਜਿਹੜੀ ਤੇਰੇ ਘਰ ਵਾਲੀ ਹੈ ਨਾ, ਜੇਕਰ ਇਸ ਨੂੰ ਮਾਸ ਖਾਣ ਦੀ ਇੱਛਾ ਹੈ, 6ਵੇਂ ਅਤੇ 10ਵੇਂ ਸਰੂਪ ਵਿੱਚ ਇਹਦਾ ਅਸੀਂ ਪੇਟ ਭਰ ਦੇਵਾਂਗੇ, ਇਸ ਨੂੰ ਤ੍ਰਿਪਤ ਕਰ ਦੇਵਾਂਗੇ। ਸਤਿਗੁਰਾਂ ਨੇ ਬਚਨ ਕਰਕੇ ਉਹਨਾਂ ਦੋਨਾਂ ਨੂੰ ਹੀ ਆਗਿਆ ਜਾਣ ਵਾਸਤੇ ਦਿੱਤੀ ਹੈ। ਗਵਣੇ ਵਿੱਚ ਇੱਛਾ ਜਿਤ ਸੋ। ਇਸ ਪ੍ਰਕਾਰ ਗਵਣੇ ਜਬ ਇੱਛਾ ਜਬ ਸੋ। ਇਸ ਪ੍ਰਕਾਰ ਜਿਸ ਪ੍ਰਕਾਰ ਸਤਿਗੁਰਾਂ ਦੀ ਇੱਛਾ ਸੀ ਅੱਗੇ ਜਾਣ ਦੀ, ਉਹਨਾਂ ਨੂੰ ਮਹਾਰਾਜਾ ਨੇ ਭੇਜ ਕਰਕੇ ਆਪ ਜੀ ਵੀ ਚੱਲੇ ਨੇ। ਸੁੰਦਰ ਇਹ ਇਤਿਹਾਸ ਰਸਾਲਾ। ਇਹ ਜਿਹੜਾ ਸੁੰਦਰ ਰਸ ਭਰਿਆ ਸੁੰਦਰ ਜਿਹੜਾ ਇਤਿਹਾਸ ਹੈ, ਸ੍ਰੀ ਗੁਰੂ ਅੰਗਦ ਸਨੋਹ ਕਿਰਪਾਲਾ। ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਬੜੇ ਪ੍ਰੇਮ ਸਹਿਤ ਸੁਣਨਾ ਕਰੋ। ਆਪਰ ਜੇ ਸਿੱਖ ਸਰੋਤਾ ਤੇ ਪੈਸੇ। ਜਿਹੜੇ ਹੋਰ ਸਿੱਖ ਭਾਈ ਜੀਵਾ, ਭਾਈ ਧੰਗਾ ਜੀ, ਭਾਈ ਜੁਲਕਾ ਜੀ, ਬਾਬਾ ਬੁੱਢਾ ਜੀ, ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ, ਹੋਰ ਸਿੱਖ ਜੋ ਇਤਿਹਾਸ ਹਜ਼ੂਰੀ ਵਿੱਚ ਬੈਠ ਕਰਕੇ ਸੁਣ ਰਹੇ ਸਨ। ਸੰਕਰ ਪ੍ਰਸ਼ਨ ਕੀਓ ਤਹ ਐਸੇ। ਇਸ ਪ੍ਰਕਾਰ ਉਹਨਾਂ ਨੇ ਇੱਕ ਬੜਾ ਸੁੰਦਰ ਸਵਾਲ, ਬੜਾ ਸੁੰਦਰ ਪ੍ਰਸ਼ਨ ਕੀਤਾ ਹੈ। ਨਾਰਦ ਮੋਨ ਉਸਤਤ ਗੁਰੂ ਭਾਖੀ। ਕਹਿਣ ਲੱਗੇ ਭਾਈ ਬਾਲਾ ਜੀ, ਆਪ ਜੀ ਤਾਂ ਨਾਲ ਸੀ ਜਦੋਂ ਨਾਰਦ ਮੁਨੀ ਨੇ ਸਤਿਗੁਰਾਂ ਲਈ ਬੜੀ ਸੁੰਦਰ ਵਡਿਆਈ, ਬੜੀ ਸੁੰਦਰ ਉਸਤਤੀ ਕੀਤੀ ਸੀ। ਮਹਿਮਾ ਨਾਮ ਚਤੁਰ ਜੁਗ ਰਾਖੀ। 4 ਯੁਗਾਂ ਦੇ ਅੰਦਰ ਹੀ ਨਾਮ ਦੀ ਮਹਿਮਾ ਦੱਸੀ ਸੀ ਕਿ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਹੈ ਤੇ ਭਾਈ ਨਾਮ ਜਪਣਾ ਪਵੇਗਾ। ਪਿਛਲੇ ਯੁਗਾਂ ਤੋਂ ਲੈ ਕਰਕੇ ਜਦੋਂ ਦਾ ਸੰਸਾਰ ਸਜਿਆ ਹੈ, ਸੰਸਾਰ ਬਣਿਆ ਹੈ, ਉਦੋਂ ਦਾ ਹੀ ਨਾਮ ਹੀ ਇੱਕੋ ਇੱਕ ਸਾਧਨ ਹੈ ਜੋ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ। ਨਾਮ ਹੈ ਆਪ ਲਖਾਇਓ ਐਸੇ। ਅਸੀਂ ਆਪ ਜੀਆਂ ਦੇ ਮੁਖੋਂ ਇਤਿਹਾਸ ਸੁਣ ਕਰਕੇ ਇਹਦਾ ਰਸ, ਇਹਦਾ ਜਿਹੜਾ ਨਿਚੋੜ ਕੱਢਿਆ ਹੈ। ਬਿਨਾ ਨਾਮ ਕੇ ਮੁਕਤ ਨ ਕੈਸੇ। ਨਾਮ ਤੋਂ ਬਿਨਾ ਕਿਸੇ ਵੀ ਯੁੱਗ ਦੇ ਅੰਦਰ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਜੇਕਰ ਦੇਨ ਨ ਸਮਰੱਥ ਦੂਜਾ। ਜੇਕਰ ਨਾਮ ਤੋਂ ਬਿਨਾ ਹੋਰ ਕੋਈ ਚੀਜ਼ ਹੈ ਹੀ ਨਹੀਂ ਮੁਕਤੀ ਦੇਣ ਵਾਸਤੇ, ਕਿਉਂ ਤਬ ਕਹੇ ਜੋਗ ਜਗ ਪੂਜਾ। ਫਿਰ ਮਹਾਰਾਜ ਜੀਆਂ ਨੇ ਯੋਗ ਕਰਨ ਵਾਸਤੇ, ਪੂਜਾ ਕਰਨ ਵਾਸਤੇ, ਜਗ ਕਰਨ ਵਾਸਤੇ ਕਿਉਂ ਉਪਦੇਸ਼ ਦਿੱਤਾ ਸੀ। ਜੁਗ ਵਿਖੇ ਨਾਮ ਕੇ ਸੰਗਾ। ਇਸ ਪ੍ਰਕਾਰ ਤਿੰਨਾਂ ਦੇ ਵਿੱਚ ਹੀ ਜੇਕਰ ਨਾਮ ਨੇ
ਦੁਆਪਰ ਦੇ ਵਿੱਚ, ਸਤਯੁਗ ਦੇ ਵਿੱਚ ਇਸ ਪ੍ਰਕਾਰ ਹੀ ਤਿੰਨਾਂ ਯੁੱਗਾਂ ਪਿਛਲੀਆਂ ਦੇ ਵਿੱਚ ਕਲਯੁਗ ਤੋਂ ਬਿਨਾਂ ਸਤਯੁਗ ਦੇ ਅੰਦਰ ਵੀ ਨਾਮ ਦੀ ਮਹਿਮਾ ਸੀ, ਦੁਆਪਰ ਦੇ ਵਿੱਚ ਵੀ ਨਾਮ ਦੀ ਹੀ ਮਹਿਮਾ ਦੱਸੀ ਹੈ। ਤੇ ਫਿਰ ਨਾਮ ਤੋਂ ਬਿਨਾਂ ਉਹਨਾਂ ਨੇ ਭਗਤ ਯੋਗ ਕਰਨ ਵਾਸਤੇ ਕਿਉਂ ਦੱਸਿਆ ਸੀ? ਦੁਦੇ ਉਪਾਏ ਕਹੇ ਸਰਬੰਗਾ। ਇਹ ਨਾਲ ਪੂਜਾ ਕਰਨ ਵਾਸਤੇ, ਯੋਗ ਕਰਨ ਵਾਸਤੇ ਕਿਉਂ ਮਹਾਰਾਜ ਜੀਆਂ ਨੇ ਨਾਮ ਦੇ ਨਾਲ ਉਪਦੇਸ਼ ਦਿੱਤਾ ਸੀ? ਕਲ ਮਹਿ ਕੇਵਲ ਨਾਮ ਬਖਾਨਾ। ਕਲਯੁਗ ਦੇ ਵਿੱਚ ਆ ਕੇ ਤਾਂ ਸਤਿਗੁਰਾਂ ਨੇ ਕੇਵਲ ਨਾਮ ਦੀ ਮਹਿਮਾ ਹੀ ਕੀਤੀ ਹੈ। ਕੋਈ ਯੋਗ ਸਾਧਨ ਪੂਜਾ ਕਰਨ ਵਾਸਤੇ ਜਾਂ ਫਿਰ ਹੋਰ ਕੋਈ ਸਾਧਨ ਕਰਨ ਵਾਸਤੇ ਮਹਾਰਾਜ ਜੀਆਂ ਨੇ ਨਹੀਂ ਦੱਸਿਆ। ਸਰਬ ਔਰ ਸਰਬ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਨਾਮ ਜਪਣ ਦਾ ਉਪਦੇਸ਼ ਹੈ। ਸਿਮਰਨ ਦੇਗਤ ਦੇਹ ਜਹਾਨਾ। ਤੇ ਪਰਮੇਸ਼ਰ ਦਾ ਨਾਮ ਸਿਮਰਨ ਦੇ ਨਾਲ ਹੀ ਇਸ ਸੰਸਾਰ ਤੋਂ ਮੁਕਤੀ ਹੁੰਦੀ ਹੈ। ਸਰੋਸਨ ਕੋਸਨ ਪ੍ਰਸਨ ਬਹਾਲਾ ਵਿਸ਼ਾਲਾ। ਇਸ ਪ੍ਰਕਾਰ ਜਦੋਂ ਭਾਈ ਬਾਲਾ ਜੀਆਂ ਨੇ ਸਰੋਤਿਆਂ ਦਾ ਜੋ ਸੰਗਤਾਂ ਵਿੱਚ ਬੈਠੇ ਸਨ ਇਹ ਪ੍ਰਸ਼ਨ ਸੁਣਿਆ ਹੈ। ਉੱਤਰ ਕਹਿਤ ਭਇਓ ਤਬ ਬਾਲਾ। ਭਾਈ ਬਾਲਾ ਜੀ ਇਸ ਪ੍ਰਕਾਰ ਕਹਿਣ ਲੱਗੇ ਨੇ, ਸੁਨੋ ਸਿੱਖ ਸਤਿਗੁਰ ਕੇ ਪਿਆਰੇ। ਇਹ ਸਿੱਖ ਤੁਸੀਂ ਸਤਿਗੁਰਾਂ ਦੇ ਬਹੁਤੇ ਪਿਆਰੇ ਹੋ, ਸੁਣਨਾ ਕਰੋ। ਜਿਉ ਮੈਂ ਸੁਣੀ ਸੋ ਕਹੋ ਉਚਾਰੇ। ਜਿਵੇਂ ਮੈਂ ਸੁਣੀ ਹੈ ਉਵੇਂ ਹੀ ਦੱਸਾਂਗਾ। ਸਤਿਗੁਰਾਂ ਨੇ ਪਹਿਲੀਆਂ ਯੁੱਗਾਂ ਦੇ ਅੰਦਰ ਨਾਮ ਦੇ ਨਾਲ ਯੋਗ ਕਰਨ ਵਾਸਤੇ ਜਾਂ ਫਿਰ ਪੂਜਾ ਕਰਨ ਵਾਸਤੇ ਕਿਉਂ ਉਪਦੇਸ਼ ਦਿੱਤਾ? ਕਲਯੁਗ ਦੇ ਵਿੱਚ ਕਿਉਂ ਇਕੱਲਾ ਹੀ ਉਹਨਾਂ ਨੇ ਨਾਮ ਜਪਣ ਵਾਸਤੇ ਕਿਹਾ ਹੈ? ਆਪ ਜੀਆਂ ਨੂੰ ਦੱਸਦਾ ਹਾਂ। ਬੰਦਵੇ ਨਰ ਕੋ ਪਾਸੂਰ ਅਪਾਰਾ। ਬਸ ਇਦਾਂ ਜਾਣ ਲਵੋ ਜਿਵੇਂ ਦੋ ਮਨੁੱਖ ਹੋਣ ਤੇ ਦੋਵਾਂ ਦੇ ਹੀ ਢਿੱਡ ਪੀੜ ਹੁੰਦੀ ਹੋਵੇ। ਇੱਕ ਰੰਗ ਇੱਕ ਧਨੀ ਉਦਾਰਾ। ਇੱਕ ਬਹੁਤਾ ਗਰੀਬ ਹੋਵੇ ਤੇ ਇੱਕ ਬੜਾ ਵੱਡਾ ਸ਼ਾਹੂਕਾਰ ਹੋਵੇ। ਭਾਈ ਉਦਰ ਮਹਿ ਬਹੁਤੀ ਪੀਰਾ। ਦੋਨਾਂ ਦੇ ਹੀ ਉਦਰ ਭਾਵ ਪੇਟ ਵਿੱਚ ਪੀੜ ਹੋਵੇ। ਹਾਏ ਹਾਏ ਕਤ ਹੋਤ ਅਧੀਰਾ। ਦੋਵੇਂ ਹੀ ਅਮੀਰ ਤੇ ਗਰੀਬ ਹਾਏ ਹਾਏ ਕਰਕੇ ਰੋਂਦੇ ਹੋਣ। ਗਵਨਿਓ ਧਨੀ ਬੈਠ ਕੇ ਸਦਨਾ। ਜਿਹਦੇ ਕੋਲ ਚਾਰ ਛਿੱਲੜ ਹੈ, ਜਿਹਦੇ ਕੋਲੇ ਧਨ ਹੈ, ਉਹ ਤਾਂ ਫਿਰ ਛੇਤੀ ਡਾਕਟਰੀ ਇਲਾਜ ਕਰਾਵੇਗਾ। ਗਵਣਿਓ ਧਨੀ ਬੈਠ ਕੇ ਸਦਨਾ। ਕਹਿੰਦੇ ਦੋਹਾਂ ਦੇ ਹੀ ਪੇਟ ਵਿੱਚ ਪੀੜ ਹੁੰਦੀ ਸੀ। ਇੱਕ ਗਰੀਬ ਹੈ, ਇੱਕ ਅਮੀਰ ਹੈ। ਅਮੀਰ ਛੇਤੀ ਪਾ ਕੇ ਜੇਬ ਵਿੱਚ ਆਇਆ, ਪੈਦ ਕੋਲੇ ਗਿਆ ਹੈ। ਉਦਰ ਪੀਰ ਪਾਖੀ ਨਿਜ ਬਦਨਾ। ਤੇ ਜਾ ਕਰਕੇ ਸ਼ਾਹੂਕਾਰ ਨੇ ਦੱਸਿਆ ਹੈ, ਵੈਦ ਜੀ ਮੇਰੇ ਪੇਟ ਵਿੱਚ ਬੜੀ ਭਾਰੀ ਪੀੜ ਹੈ। ਉਦੋਂ ਵੈਦ ਸੋ ਪਰਮ ਸਿਆਣਾ। ਅੱਗੋਂ ਜਿਹੜਾ ਵੈਦ ਹੈ ਉਹ ਵੀ ਬਹੁਤਾ ਸ੍ਰੇਸ਼ਟ ਸਿਆਣਾ ਹੈ। ਜਾਮੀ ਕਹਿ ਕੀ ਪੀਰ ਮਹਾਨਾ। ਉਹ ਜਾਣ ਚੁੱਕਿਆ ਕਿ ਇਹ ਸ਼ਾਹੂਕਾਰ ਦੇ ਪੇਟ ਵਿੱਚ ਬੜੀ ਭਾਰੀ ਪੀੜ ਹੋ ਰਹੀ ਹੈ। ਇਹ ਕੋ ਤੋ ਹੈ ਸੁਗਮ ਉਪਾਈ। ਕਹਿਣ ਲੱਗਾ ਹੈ ਸ਼ਾਹੂਕਾਰ ਜੀ ਇਹ ਤਾਂ ਬੜਾ ਸੌਖਾ ਜਿਹਾ ਇਲਾਜ ਹੈ। ਇੱਕ ਜਵਾਨ ਸੂਰ ਮਿਟਾਈ। ਘਰੇ ਜਾ ਕੇ ਇੱਕ ਚਮਚਾ ਖਾਓ, ਜਵਾਨ ਦਾ ਪੀੜ ਦੂਰ ਹੋ ਜਾਵੇਗੀ। ਜੇ ਮੈਂ ਜਹੀ ਬਤਾਉ ਜਾਂਕੋ। ਤੇ ਅੱਗੇ ਸ਼ਾਹੂਕਾਰ ਕਹਿਣ ਲੱਗਾ ਵੀ ਭਲਿਆ ਜੇਕਰ ਤੂੰ ਮੈਨੂੰ ਇਹ ਜਵੈਣ ਖਾਣ ਵਾਸਤੇ ਹੀ ਦੱਸਣਾ ਸੀ, ਜਵੈਣ ਤਾਂ ਸਾਡੇ ਘਰੇ ਪਈ ਸੀ, ਮੈਂ ਆਪ ਹੀ ਛਕ ਲੈਣੀ ਸੀ। ਮਹਿਮਾ ਜਾਣੇ ਕਛੂ ਨ ਤਾਕੋ। ਉਹ ਜਾਣਿਆ ਨਹੀਂ ਕਿ ਵੈਦ ਦੀ ਮਹਿਮਾ, ਕਿਉਂਕਿ ਮਾਇਆ ਦਾ ਹੰਕਾਰ ਸੀ। ਕਹਿਣ ਲੱਗਾ ਵੈਦ ਨੇ ਤਾਂ ਆਪਣਾ ਸਿਆਣਪ ਦੇ ਨਾਲ ਇਲਾਜ ਦੱਸਿਆ ਹੈ। ਕਹਿਣ ਲੱਗਾ ਭਾਈ ਜਾ ਕੇ ਜਵੈਣ ਖਾ, ਪੀੜ ਦੂਰ ਹੋ ਜਾਵੇਗੀ। ਪਰ ਕਈ ਵਾਰੀ ਹੰਕਾਰੀ ਲੋਕ ਉਪਦੇਸ਼ ਦੇਣ ਵਾਲੇ ਨੂੰ ਵੀ ਸਮਝਾਉਣ ਲੱਗ ਜਾਂਦੇ ਨੇ, ਦੱਸਣ ਲੱਗ ਜਾਂਦੇ ਨੇ, ਡਾਕਟਰਾਂ ਨੂੰ ਡਾਕਟਰੀ ਸਿਖਾਉਣ ਲੱਗ ਜਾਂਦੇ ਨੇ। ਇਸ ਪ੍ਰਕਾਰ ਉਹ ਕਹਿਣ ਲੱਗਾ ਸ਼ਾਹੂਕਾਰ ਜੇਕਰ ਤੂੰ ਮੈਨੂੰ ਜਵੈਣ ਹੀ ਕਹਿਣੀ ਸੀ ਛਕਣ ਵਾਸਤੇ, ਉਹ ਤਾਂ ਮੇਰੇ ਕੋਲ ਘਰੇ ਪਈ ਸੀ। ਭਾਵ ਵੈਦ ਦੀ ਜੋ ਸਿਆਣਪ ਉਹ ਜਾਣਿਆ ਨਹੀਂ। ਇਉਂ ਵਿਚਾਰ ਕਰ ਵੈਦ ਸਿਆਣੇ। ਇਸ ਪ੍ਰਕਾਰ ਫਿਰ ਵੈਦ ਨੇ ਵਿਚਾਰ ਕੀਤੀ ਮਨ ਵਿੱਚ, ਕੋਈ ਏਕ ਦੀਨੀ ਕਹਿ ਪਾਨੇ। ਪਰ ਉਹਨੇ ਆਪਣੇ ਕੋਲੋਂ ਇੱਕ ਸਫੇਦ ਜੀ ਕੁੜੀ ਲਵੇਟ ਕੇ ਦੇ ਦਿੱਤੀ। ਮੁਕਤੇ ਐਸੇ ਬਚਨ ਹਲਾਇਨ। ਵੈਦ ਹੱਸ ਕੇ ਕਹਿਣ ਲੱਗਾ ਹੈ, ਜਾਂ ਕੋ ਅਨੁਪਾਨ ਅਜਵਾਇਨ। ਕਹਿਣ ਲੱਗਾ ਚੰਗਾ ਭਾਈ ਜੇਕਰ ਯਕੀਨ ਨਹੀਂ ਆਉਂਦਾ ਫਿਰ ਆਏ ਕਰ, ਆ ਕੁੜੀ ਲੈ ਜਾ ਘਰੇ ਜਾ ਕੇ ਜਵੈਣ ਦੇ ਵਿੱਚ ਮਿਲਾ ਕਰਕੇ ਛਕ ਲਵੇਂ।
ਕਰੋ ਖਾਨ ਤਹਿ ਸੰਗ ਮਿਲਾਈ। ਤੇ ਜਦੋਂ ਇਹਨਾਂ ਦੋਹਾਂ ਨੂੰ ਜਵਾਇਣ ਨੂੰ ਤੇ ਇਹ ਸਫੇਦ ਕੁੜੀ ਨੂੰ ਮਿਲਾ ਕੇ ਛਕੇਗਾ ਉਦਰ ਰੋਗ ਸਬਜੀ ਮਿਟ ਜਾਈ। ਇਹ ਜਿਹੜਾ ਪੇਟ ਦਾ ਰੋਗ ਹੈ ਨਾ ਉਹ ਦੂਰ ਹੋਵੇਗਾ, ਮਿਟ ਜਾਵੇਗਾ। ਲੇਕਨ ਧਨੀ ਆਏ ਨਿਜ ਸਤਨਾ। ਜਿਹੜਾ ਧਨਾੜ ਬੰਦਾ ਸੀ, ਪੈਸੇ ਵਾਲਾ, ਡਾਕਟਰ ਤੋਂ ਵੈਦ ਤੋਂ ਕੁੜੀ ਲੈ ਕੇ ਆਪਣੇ ਘਰ ਆਇਆ ਹੈ। ਮੇਲ ਜਵਾਇਨ ਖਾਏ ਸੁਬਦਨਾ। ਜਵਾਇਣ ਦੇ ਵਿੱਚ ਮਿਲਾ ਕਰਕੇ ਜੋ ਵੈਦ ਵੱਲੋਂ ਕੁੜੀ ਦਿੱਤੀ ਸੀ ਛਕੀ ਹੈ। ਸੂਰ ਰੋਗ ਕੋ ਦੂਰ ਮਿਟਾਈ। ਛੇਤੀ ਦੇ ਨਾਲ ਜਿਹੜਾ ਪੇਟ ਦਾ ਰੋਗ ਸੀ, ਜੋ ਢਿੱਡ ਦੁਖਦਾ ਸੀ, ਉਹ ਦੂਰ ਹੋਇਆ ਹੈ। ਮਹਿਮਾ ਵੈਦ ਵੱਡੀ ਲਖ ਪਾਈ। ਇਹ ਜਿਹੜਾ ਵੈਦ ਨੂੰ ਕਹਿਣ ਲੱਗਾ ਵੀ ਵੈਦ ਬੜਾ ਤਕੜਾ, ਬੜਾ ਸਿਆਣਾ ਵੈਦ ਹੈ, ਸਾਰੇ ਕਰਾਮਾਤ ਇਸ ਕੁੜੀ ਵਿੱਚ ਸੀ। ਇਸ ਕੁੜੀ ਨੇ ਮੇਰਾ ਜਿਹੜਾ ਪੇਟ ਦਾ ਰੋਗ ਹੈ ਉਹ ਦੂਰ ਕਰ ਦਿੱਤਾ ਹੈ। ਕਹਿਤ ਅਪਰਸ ਪੁਰੀ ਜੋ ਦੀਨਾ। ਤੇ ਕਹਿਤ ਅਪਰਸ ਪੁਰੀ ਜੋ ਦੇਨਾ, ਜਿਹੜੀ ਵੈਦ ਨੇ ਮੈਨੂੰ ਇਹ ਕੁੜੀ ਦਿੱਤੀ ਹੈ। ਕਹਿਨੇ ਰੋਗ ਕੀਨ ਮਮਹੀਨਾ। ਉਹਨੇ ਮੇਰਾ ਜਿਹੜਾ ਰੋਗ ਹੈ ਨਾ ਦੂਰ ਕੀਤਾ ਹੈ। ਹੰਕਾਰੀ ਸੀ, ਜਾਣਿਆ ਨਹੀਂ। ਜਿਹੜਾ ਪੇਟ ਦਾ ਰੋਗ ਹੈ ਉਹਦਾ ਜਵਾਇਣ ਨੇ ਹੀ ਦੂਰ ਕਰ ਦਿੱਤਾ ਸੀ, ਪਰ ਮਨ ਨੂੰ ਤਸੱਲੀ ਨਹੀਂ ਆਈ ਸੀ ਨਾ। ਜਦੋਂ ਤੱਕ ਡਾਕਟਰ ਨੇ ਕੁੜੀ ਨਹੀਂ ਬੰਨ੍ਹ ਕੇ ਦਿੱਤੀ ਤੇ ਡਾਕਟਰ ਨੇ ਕੁੜੀ ਬੰਨ੍ਹ ਦਿੱਤੀ ਹੈ, ਵੈਦ ਨੇ ਘਰੇ ਆ ਕੇ ਜਵਾਇਣ ਦੇ ਗੁਣ ਨਹੀਂ ਗਾਉਂਦਾ। ਗੁਣ ਕਿਹਦੇ ਗਾਉਂਦਾ ਹੈ? ਜਿਹੜੀ ਉਹੀ ਫਾਲਤੂ ਜੀ ਆਟੇ ਦੀ ਕੁੜੀ ਬੰਨ੍ਹ ਕੇ ਦੇ ਦਿੱਤੀ ਸੀ। ਕਹਿੰਦਾ ਬੜਾ ਸਿਆਣਾ ਵੈਦ ਹੈ, ਉਹਦੀ ਦਿੱਤੀ ਕੁੜੀ ਨੇ ਮੇਰਾ ਰੋਗ ਦੂਰ ਕੀਤਾ ਹੈ। ਮੁਲਗਾ ਰੰਗ ਵੈਦ ਕਰਮਾਹੀ। ਇਹ ਤੋਂ ਬਾਅਦ ਜਦੋਂ ਰੰਗ ਜਿਹੜਾ ਕੰਗਾਲ ਗਰੀਬ ਬੰਦਾ ਹੈ ਉਹ ਵੈਦ ਕੋਲ ਆਪਣਾ ਇਲਾਜ ਕਰਵਾਉਣ ਵਾਸਤੇ ਗਿਆ ਹੈ। ਟਿਕ ਇੱਕ ਵਿਰਾਟਿਕਾ ਨਾਹੀ। ਜਿਹਦੇ ਕੋਲ ਇੱਕ ਵੀ ਪੈਸਾ ਨਹੀਂ, ਇੱਕ ਵੀ ਕੌਡੀ ਨਹੀਂ ਦਵਾਈ ਲੈਣ ਵਾਸਤੇ। ਉਦਰ ਪੀਰ ਦਿਨ ਸਕਲ ਸੁਨਾਈ। ਉਹਨੇ ਵੀ ਜਾ ਕਰਕੇ ਆਪਣੇ ਢਿੱਡ ਦੀ ਪੀੜ ਬਾਰੇ ਸਾਰਾ ਕੁਝ ਵੈਦ ਨੂੰ ਦੱਸਿਆ ਹੈ। ਮਾਮਦਕ ਪੰਜਕੋ ਕਰੋ ਉਪਾਈ। ਕਹਿਣ ਲੱਗਾ ਜੀ ਮੇਰਾ ਜਿਹੜਾ ਇਹ ਦੁੱਖ ਹੈ ਇਹ ਦੂਰ ਕਰੋ, ਕੋਈ ਵੈਦ ਜੀ ਉਪਾਅ ਕਰੋ। ਸੁਣਤ ਵੈਦ ਨੇ ਰੋਗ ਪਛਾਨਾ। ਤੇ ਵੈਦ ਨੇ ਜਦੋਂ ਸੁਣਿਆ ਹੈ ਕਿ ਢਿੱਡ ਪੀੜ ਹੁੰਦਾ ਹੈ ਉਹ ਝੱਟ ਹੀ ਰੋਗ ਪਹਿਚਾਣ ਗਿਆ ਹੈ। ਜਾਕੋ ਦੁਖ ਧਨੀ ਸਮਾਨਾ। ਕਹਿਣ ਲੱਗਾ ਇਹਨੂੰ ਵੀ ਉਹੀ ਰੋਗ ਹੈ, ਉਹੀ ਪੀੜ ਹੈ ਜੋ ਇਸ ਤੋਂ ਪਹਿਲਾਂ ਸ਼ਾਹੂਕਾਰ ਆਇਆ ਸੀ, ਜੋ ਉਸ ਨੂੰ ਰੋਗ ਸੀ। ਕਲਿਓ ਤਾਹੇ ਅਜਵਾਇਣ ਲੀਜੈ। ਵੈਦ ਨੇ ਉਹਨੂੰ ਵੀ ਕਹਿ ਦਿੱਤਾ ਭਾਈ ਘਰੇ ਜਾ, ਜਵੈਣ ਦਾ ਇੱਕ ਅੱਧਾ ਚਮਚਾ ਖਾ, ਤੇਰਾ ਰੋਗ ਦੂਰ ਹੋਵੇਗਾ। ਖਾਏ ਸੂਰ ਕੋ ਦੂਰ ਕਰੀਜੈ। ਜਵੈਣ ਛਕ ਲੈ, ਤੇਰੇ ਜੋ ਢਿੱਡ ਪੀੜ ਹੁੰਦੀ ਹੈ ਇਹ ਦੂਰ ਹੋਵੇਗੀ। ਬੋਲਿਓ ਰੰਗ ਬੰਦ ਕਰ ਦੋ। ਤੇ ਉਹ ਗਰੀਬ ਬੰਦੇ ਨੇ ਵੈਦ ਨੂੰ ਹੱਥ ਜੋੜ ਲਏ, ਹੱਥ ਜੋੜ ਕੇ ਬੇਨਤੀ ਕੀਤੀ। ਲਿਓ ਕਹਾਂ ਤੇ ਮੋਲ ਨਾ ਕੋ। ਕਹਿਣ ਲੱਗਾ ਜੀ ਮੇਰੇ ਘਰੇ ਜਵੈਣ ਕਿੱਥੇ ਹੈ? ਮੇਰੇ ਤਾਂ ਜੇਬ ਵਿੱਚ ਇੱਕ ਵੀ ਪੈਸਾ ਨਹੀਂ, ਮੈਂ ਮੁੱਲ ਵੀ ਖਰੀਦ ਨਹੀਂ ਸਕਦਾ। ਮੇਰੋ ਵਾਸਤੇ ਜੇਕਰ ਕਰਨਾ। ਜੇਕਰ ਕਿਰਪਾ ਕਰਕੇ ਤੁਹਾਡੇ ਕੋਲ ਹੈ ਤੁਸੀਂ ਦੇ ਦੇਵੋ। ਮੈਂ ਤਬ ਰੋਗ ਉਦਰ ਕੋ ਹਰਨਾ। ਫਿਰ ਮੇਰਾ ਜਿਹੜਾ ਪੇਟ ਦਾ ਰੋਗ ਹੈ ਇਹ ਦੂਰ ਹੋਵੇਗਾ। ਸੁਣੀ ਰੰਗ ਦਾ ਵੈਦ ਕਿਰਪਾਲਾ। ਜਦੋਂ ਕਿਰਪਾਲੂ ਦਿਆਲੂ ਉਸ ਵੈਦ ਨੇ ਇਸ ਪ੍ਰਕਾਰ ਹੀਣਤਾ ਦੇ ਵਚਨ, ਹੰਕਾਰ ਤੋਂ ਰਹਿਤ ਵਚਨ ਸੁਣੇ ਨੇ ਨਾ ਨਿਮਰਤਾ ਦੇ। ਲਿਖਦੇ ਦੀਨ ਮੂਲ ਤਹਿ ਕਾਲਾ। ਆਪਣੇ ਕੋਲੋਂ ਉਸੇ ਸਮੇਂ ਇੱਕ ਚਮਚਾ ਕੁੜੀ ਦੇ ਵਿੱਚ ਲਪੇਟ ਕਰਕੇ ਜਵਾਇਣ ਦਾ ਦਿੱਤਾ ਹੈ। ਲੈਤਨ ਕੀਨੀ ਖਾਣ ਜਵਾਇਨ। ਤੇ ਘਰੇ ਆ ਕਰਕੇ ਜਦੋਂ ਗਰੀਬ ਬੰਦੇ ਨੇ ਜਵਾਇਣ ਛਕੀ ਹੈ, ਸਭ ਸੂਰਤ ਹੈ ਉਦਰ ਪਲਾਇਨ। ਇਹ ਜਿਹੜਾ ਪੇਟ ਦਾ ਰੋਗ ਸੀ, ਢਿੱਡ ਦੁਖਦਾ ਸੀ, ਪੇਟ ਦੀਆਂ ਪੀੜਾਂ ਸਾਰੀਆਂ ਹੀ ਦੌੜ ਗਈਆਂ ਨੇ, ਦੂਰ ਹੋਈਆਂ ਨੇ। ਜੈਸੀ ਰੀਤ ਦੇਖ ਗੁਰੂ ਪੂਰੇ। ਭਾਈ ਬਾਲਾ ਜੀ ਕਹਿਣ ਲੱਗੇ ਸੰਗਤ ਜੀ ਹੁਣ ਸੁਣਨਾ ਕਰ। ਪੂਰੇ ਸਤਿਗੁਰਾਂ ਨੇ ਵੱਖੋ ਵੱਖਰਿਆਂ ਜਗ੍ਹਾ ਦੇ ਅੰਦਰ ਲੋਕਾਂ ਨੂੰ ਵੇਖਿਆ, ਕਿਉਂਕਿ ਲੱਖਾਂ ਲੱਖਾਂ ਸਾਲ ਉਮਰ ਹੁੰਦੀ ਸੀ ਪਹਿਲਿਆਂ ਜਗ੍ਹਾ ਵਿੱਚ ਮਨੁੱਖਾਂ ਦੀ, ਤੇ ਸਾਰੀ ਦਿਹਾੜੀ ਸਿਮਰਨ ਨਹੀਂ ਕਰ ਸਕਦੇ ਸੀ। ਫਿਰ ਮਹਾਰਾਜ ਜੀਆਂ ਨੇ ਕਿਸੇ ਸਮੇਂ ਕਹਿ ਦਿੱਤਾ ਭਾਈ ਨਾਲ ਯੋਗ ਕਰ ਲਿਆ ਕਰੋ, ਕਿਸੇ ਸਮੇਂ ਕਹਿ ਦਿੱਤਾ ਭਾਈ ਨਾਲ ਪੂਜਾ ਕਰ ਲਿਆ ਕਰੋ। ਇਸੇ ਪ੍ਰਕਾਰ ਹੀ ਮਹਾਰਾਜ ਜੀਆਂ ਨੇ ਜਿਵੇਂ ਉਸ ਵੈਦ ਨੇ ਉਸ ਸ਼ਾਹੂਕਾਰ ਨੂੰ ਜਵਾਇਣ ਦੇ ਨਾਲ ਕੁੜੀ ਲਾ ਕੇ ਦੇ ਦਿੱਤੀ ਨਾ,
ਇਦਾਂ ਹੀ ਸਤਿਗੁਰਾਂ ਨੇ ਨਾਮ ਰੂਪੀ ਜਿਹੜੀ ਜਵੈਣ ਹੈ, ਜਵੈਣ ਰੂਪੀ ਨਾਮ ਹੈ, ਉਹਦੇ ਨਾਲ ਕਿਤੇ ਸਤਿਗੁਰਾਂ ਨੇ ਜੋਗ ਲਾ ਕੇ ਦੇ ਦਿੱਤਾ, ਕਿਤੇ ਸਤਿਗੁਰਾਂ ਨੇ ਪੂਜਾ ਦੀ ਪੁੜੀ ਲਾ ਕਰਕੇ ਦੇ ਦਿੱਤੀ। ਐਸੀ ਰੀਤ ਦੇਖ ਗੁਰਪੁਰੇ ਜਿਹੜਾ ਉਹਨਾਂ ਸਮਿਆਂ ਦੇ ਵਿੱਚ ਵਰਤਾਰਾ ਵਰਤਦਾ ਸੀ, ਸਤਿਗੁਰਾਂ ਨੇ ਉਸ ਨੂੰ ਵੇਖਦਿਆਂ ਅੰਗੀਏ ਉਪਦੇਸ਼ ਸਤ ਲਖ ਪੂਰੇ। ਮਹਾਰਾਜਿਆਂ ਨੇ ਉਹਨਾਂ ਨੂੰ ਵੇਖ ਕਰਕੇ ਉਪਦੇਸ਼ ਦਿੱਤਾ ਹੈ। ਜਿਹੜਾ ਸਮਾਂ ਵਰਤ ਰਿਹਾ ਸੀਗਾ ਉਸੇ ਸਮੇਂ ਅਨੁਸਾਰ ਮਹਾਰਾਜਿਆਂ ਨੇ ਉਪਦੇਸ਼ ਦਿੱਤਾ। ਕਲਯੁਗ ਦੇ ਸਮੇਂ ਦੇ ਅੰਦਰ ਮਨੁੱਖ ਦੀ ਤਕਰੀਬਨ ਜੋ ਉਮਰ 100 ਸਾਲ ਰਹਿ ਗਈ ਹੈ। 100 ਸਾਲ ਦੇ ਵਿੱਚ ਮਨੁੱਖ ਨੇ ਜੇਕਰ ਨਾਮ ਨਹੀਂ ਜਪਿਆ, ਕੱਲੀ ਪੂਜਾ ਹੀ ਕੀਤੀ ਹੈ ਨਾ, ਉਹ ਵੀ ਸਫਲ ਨਹੀਂ। ਜੇਕਰ ਕੱਲੇ ਯੋਗ ਹੀ ਕੀਤੇ ਆ, ਕਦੇ ਪਦਮ ਆਸਣ ਲਾ ਲਿਆ, ਕਦੇ ਸਿੱਧ ਆਸਣ ਲਾ ਲਿਆ, ਨਾਮ ਜਪਿਆ ਹੀ ਨਹੀਂ, ਮਹਾਰਾਜ ਕਹਿੰਦੇ ਉਹ ਵੀ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋਣਗੇ। ਸਤਿਗੁਰੂ ਜੀ ਕਹਿੰਦੇ ਕਲਯੁਗ ਦੇ ਸਮੇਂ ਦੇ ਵਿੱਚ ਥੋੜਾ ਸਮਾਂ ਹੈ ਮਨੁੱਖਾਂ ਦੇ ਕੋਲ। ਥੋੜੇ ਸਮੇਂ ਦੇ ਵਿੱਚ ਜੇਕਰ ਸਿੱਧੀ ਜਵੈਣ ਹੀ ਛਕ ਲੈਣ, ਪਰਮੇਸ਼ਰ ਦਾ ਨਾਮ ਹੀ ਜਪ ਲੈਣ ਤੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਣ। ਜੇਕਰ ਇਹਦੇ ਨਾਲ ਪੁੜੀਆਂ ਲਾ ਕੇ ਦੇ ਦਿੱਤੀਆਂ ਤੇ ਪੁੜੀਆਂ ਦੇ ਵਿੱਚ ਉਲਝ ਕੇ ਰਹਿ ਜਾਣਗੇ, ਇਹ ਮੇਰੇ ਜਿਹੜੇ ਗੁਰਸਿੱਖ ਨੇ ਇਹ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋ ਸਕਣਗੇ। ਇਸ ਲਈ ਸਤਿਗੁਰਾਂ ਨੇ ਸਮੇਂ ਨੂੰ ਵੇਖਦਿਆਂ ਸਿੱਧਾ ਜਿਹਾ ਇਲਾਜ ਦੱਸ ਦਿੱਤਾ। ਜਿਵੇਂ ਕਿਸੇ ਦੇ ਜਿੰਨੀ ਪਸੰਦ ਹੁੰਦੀ ਹੈ ਉਹਨਾਂ ਕਰਕੇ ਡਾਕਟਰੀ ਇਲਾਜ ਕਰਾਉਣੇ ਆ। ਕੋਈ ਥੋੜੀ ਸੱਟ ਫੇਟ ਹੈ, ਕੋਈ ਦਾਦੀ ਕਈ ਵੱਜੀ ਹੈ ਤੇ ਪਿੰਡ ਦੇ ਡਾਕਟਰ ਤੋਂ, ਕੋਈ ਸਿਰ ਪਾਟਿਆ ਹੈ ਤੇ ਵੱਧ ਤੋਂ ਵੱਧ ਨੇੜਲੇ ਸ਼ਹਿਰ ਉੱਠ ਜਾਂਦੇ ਨੇ, ਕੋਈ ਭਿਆਨਕ ਐਕਸੀਡੈਂਟ ਹੋਇਆ ਹੈ, ਭਿਆਨਕ ਸੱਟ ਹੈ ਸਿਰ ਦੀ, ਫਿਰ ਸਿੱਧਾ ਲੁਧਿਆਣੇ ਜਾਂ ਚੰਡੀਗੜ੍ਹ ਜਾਂਦੇ। ਇਸੇ ਪ੍ਰਕਾਰ ਸਤਿਗੁਰਾਂ ਨੇ ਦਿਸ਼ਾ ਵੇਖਦਿਆਂ ਹੋਇਆਂ ਸਮੇਂ ਦੀ ਸਮੇਂ ਅਨੁਸਾਰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ। ਭਾਈ ਕਲਯੁਗ ਦਾ ਸਮਾਂ ਹੈ, ਉਮਰ ਦਾ ਕੋਈ ਭਰੋਸਾ ਨਹੀਂ, ਵੱਧ ਤੋਂ ਵੱਧ 100 ਸਾਲ ਮੰਨੀ ਹੈ। ਇਹਦੇ ਵਿੱਚ ਵੀ ਮਨੁੱਖ ਕਿਤੇ ਪੜ੍ਹਾਈ ਦੇ ਵਿੱਚ ਲਗਾਉਂਦਾ ਹੈ, ਗ੍ਰਸਤੀ ਜੀਵਨ ਵਿੱਚ ਲਗਾਉਂਦਾ ਹੈ, ਪਰਿਵਾਰ ਨੂੰ ਪਾਲਣ ਵਿੱਚ ਲਗਾਉਂਦਾ ਹੈ। ਕੋਈ ਯੋਗ ਨਹੀਂ ਕਰ ਸਕਦਾ, ਪੂਜਾ ਨਹੀਂ ਕਰ ਸਕਦਾ, ਸਿਰਫ ਆਪਣੀ ਕਿਰਤ ਕਮਾਈ ਕਰੇ, ਪਰਿਵਾਰ ਨੂੰ ਪਾਲੇ ਤੇ ਪਰਮੇਸ਼ਰ ਦਾ ਨਾਮ ਜਪੇ, ਉਹਦਾ ਜੀਵਨ ਸਫਲਾ ਹੋਵੇਗਾ। ਇੱਥੋਂ ਤੱਕ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਨੇ। ਆਉਣ ਵਾਲਾ ਵਕਤ ਇਤਿਹਾਸ ਕੱਲ੍ਹ ਦੇ ਦਿਨਾਂ ਵਿੱਚ ਸਰਵਣ ਕਰਾਂਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਵਰ ਸਕੇ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੀ ਬਾਤ ਕਿਸੇ ਨੇ ਕਿਹਾ, ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ। ਇਹ ਜਿਹੜੇ ਅਸਮਾਨ ਦੇ ਵਿੱਚ ਤਾਰੇ ਹਨ ਉਹ ਤਾਂ ਗਿਣੇ ਜਾ ਸਕਦੇ ਨੇ, ਪਰ ਜਿੰਨੇ ਗੁਰੂ ਨਾਨਕ ਨੇ ਇਸ ਸੰਸਾਰ ਤੋਂ ਤਾਰੇ ਨੇ, ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਸਾਡੀ ਗਿਣਤੀ ਵੀ ਉਹਨਾਂ ਵਿੱਚ ਆ ਜਾਵੇ। ਪਰਮੇਸ਼ਰ ਕਿਰਪਾ ਕਰੇ। ਪੂਰਨ ਭਰੋਸਾ ਸਤਿਗੁਰਾਂ ਤੇ ਰੱਖੀਏ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ, ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਕਰਕੇ ਦੀਵਾਨਾਂ ਦੀ ਸਮਾਪਤੀ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਭਜੀਆਂ ਬਾਧਾਈਆਂ। ਰਾਗ ਰਤਨ ਪਰਵਾਰ ਭਰਿਆ ਸਬਦ ਕਾ ਬਣਾਇਆ, ਸਬਦੋਤਾ ਕਾ ਪਵਾਰੀ ਕੇਰਾ ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਆ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਤਿ ਸਾਹਿਬਾ ਗਿਆਨਾ ਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੈ। ਸਦਾ ਸਿਫਤ ਸਲਾਹ ਸਲਾਹ ਤੇਰੀ ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਗਿਆਨਾ ਹੀ ਕਰ ਤੇਰਾ, ਸੱਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਹਰ ਸਾਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਬੁਝਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟਹੁ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ
ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਕੁਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾ ਸੇ ਨਾਮ ਹਰ ਕੈ ਲਾਗੇ ਕਾਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਨਹੁ ਬੜ ਭਾਗੀ ਹੋ ਸਕਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤਰ ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਤਾਈ ਤਾਇਆ ਖੇਲੇ ਸਕਲ ਜਗਤ ਚੰਗਿਆਈਆ ਬੁਰਾਈਆ ਵਾਚੈ ਧਰਮ ਹਜ਼ੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ